ਅੱਜ ਅਕਾਲ ਚਲਨ ਤੁਸੀਂ ਦੇਖਦੇ ਹੋ ਸ਼੍ਰੀ ਗੁਰੂ ਸਿੰਘ ਸਭਾ ਹੌਸਲੋਂ ਪਹੁੰਚੀ ਹੈ। ਅਕਾਲ ਚਲਨ ਹਮੇਸ਼ਾ ਕਿਸੇ ਵੀ ਤਰ੍ਹਾਂ ਦਾ ਮੁੱਦਾ ਹੁੰਦਾ ਵੀ ਆਲਵੇਸ ਟ੍ਰਾਈ ਟੂ ਦ ਵੈਰੀ ਫਸਟ ਵਨ ਕਿ ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਹੋ ਜੋ ਆਪਣੀ ਸਿੱਖ ਕਮਿਊਨਿਟੀ ਦੇ ਵਿੱਚ ਸਪੈਸ਼ਲੀ ਕੀ ਹੋ ਰਿਹਾ ਉਹਦੇ ਬਾਰੇ ਤੁਹਾਨੂੰ ਪਤਾ ਦੱਸੇ। ਅੱਜ ਆਪਣਾ ਸ਼੍ਰੀ ਗੁਰੂ ਸਿੰਘ ਸਭਾ ਹੌਸਲੋਂ ਵਿੱਚ ਆਪਣੀ ਲੇਡੀ ਸਿੰਘ ਉਹਨਾਂ ਨੇ ਆਪਣਾ ਆਰਗਨ ਡੋਨੇਸ਼ਨ ਬਾਰੇ ਨਾ ਅਵੇਅਰਨੈਸ ਲੈ ਕੇ ਆ ਰਹੇ ਨੇ। ਐਂਡ ਵਾਟ ਬੈਟਰ ਪਲੇਸ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਗੁਰੂ ਘਰ ਦੇ ਵਿੱਚ ਕੀਤੀ ਹੈ। ਔਰ ਮੈਨੂੰ ਵੀ ਲੱਗਦਾ ਕਿ ਜਿਹੜੀ ਇਹ ਚੀਜ਼ ਹੈਗੀ ਹੈ ਦੀ ਅਵੇਅਰਨੈਸ ਗੁਰੂ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਹਾਂ, ਕਿਉਂਕਿ ਸੰਗਤ ਜ਼ਿਆਦਾ ਹਨ। ਦੂਸਰੀ ਗੱਲ ਤੁਹਾਨੂੰ ਪਤਾ ਲੋਕਡਾਊਨ ਤੋਂ ਬਾਅਦ ਹੁਣ ਗੁਰੂ ਘਰ ਖੁੱਲ੍ਹੇ ਨੇ ਤੇ ਬੜਾ ਅੱਛਾ ਕਿ ਇਟਸ ਬਿਕਮਿੰਗ ਵੈਰੀ ਮਚ ਲਾਈਕ ਅ ਨੋਰਮਲ ਲਾਈਫ ਨਾਓ। ਤੇ ਇਹ ਜਿਹੜਾ ਆਰਗਨ ਡੋਨੇਸ਼ਨ ਹੈਗੀ ਹੈ ਬੜਾ ਮੁਸ਼ਕਿਲ ਮੁੱਦਾ ਟਾਕ ਕਰਨਾ, ਸਪੈਸ਼ਲੀ ਕਿ ਜਦੋਂ ਬੰਦਾ ਇੱਕਦਮ ਆਖਿਰ ਵਕਤ ਉੱਪਰ ਹੋਵੇ ਉਸ ਟਾਈਮ ਤੇ ਤੁਸੀਂ ਫੈਮਿਲੀ ਨਾਲ ਨਹੀਂ ਗੱਲ ਕਰ ਸਕਦੇ। ਬੜਾ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਹੈ ਉਦੋਂ। ਇਹਦੀ ਅਵੇਅਰਨੈਸ ਪਹਿਲਾਂ ਹੋਣੀ ਚਾਹੀਦੀ ਕਿ ਤਾਂ ਕਿ ਅਸੀਂ ਇਹਦੀ ਚੀਜ਼ਾਂ ਬਾਰੇ ਜਾਣਕਾਰੀ ਹੋਵੇ ਲੋਕਾਂ ਨੂੰ ਕਿ ਉਹਨਾਂ ਨੂੰ ਪਹਿਲਾਂ ਕੀ ਕਰਨਾ ਚਾਹੀਦਾ ਜਦ ਉਹ ਤੰਦਰੁਸਤ ਹੁੰਦੇ ਨੇ। ਤੇ ਮੈਂ ਬਹੁਤਾ ਟਾਈਮ ਨਹੀਂ ਲੈਂਦਾ, ਮੈਂ ਚਾਹਾਂਗਾ ਕਿ ਤੁਸੀਂ ਅੰਦਰ ਚੱਲਦੇ ਆ ਤੇ ਲੇਡੀ ਸਿੰਘ ਨੇ ਪਹਿਲਾਂ ਥੋੜੀ ਸਪੀਚ ਦੱਸਣੀ ਆਪਣੀ ਆਰਗਨ ਡੋਨੇਸ਼ਨ ਬਾਰੇ ਤੇ ਉਹਦੇ ਬਾਅਦ ਕਰਕੇ ਤੁਹਾਨੂੰ ਫਿਰ ਤੁਸੀਂ ਹੋਰ ਲੋਕ ਵੀ ਗੱਲਾਂ ਕਰਨਗੇ। ਤੁਸੀਂ ਕਾਲ ਚਾਲੂ ਦੇਖਦੇ ਰਹੋ। ਥੈਂਕ ਯੂ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਮੈਂ ਥੋੜ੍ਹੇ ਮਿੰਟਾਂ ਵਿੱਚ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਇਸ ਮੁਲਕ ਵਿੱਚ ਰਹਿੰਦੇ ਹਾਂ ਅਤੇ ਇਹ ਲੋਅ ਕਿਸ ਤਰ੍ਹਾਂ ਚੇਂਜ ਹੋਇਆ ਅਤੇ ਉਸ ਬਾਰੇ ਸਾਨੂੰ ਜਾਣਕਾਰੀ ਜ਼ਰੂਰੀ ਹੈ। ਔਰ ਲੋਅ ਦੀ ਜਾਣਕਾਰੀ ਵੀ ਅਤੇ ਨਾਲ ਸਾਡਾ ਧਰਮ ਕੀ ਕਹਿੰਦਾ ਇਹ ਵੀ ਬੜੀ ਜ਼ਰੂਰੀ ਹੈ। ਇਹ ਸਾਰਾ ਪ੍ਰੋਗਰਾਮ ਨਾ ਅਕਾਲ ਚੈਨਲ 'ਤੇ ਵੈਸੇ ਦਿਖਾਇਆ ਜਾ ਰਿਹਾ ਅਤੇ ਤੁਸੀਂ ਦੇਖਿਆ ਹੋਣਾ ਅਕਾਲ ਚੈਨਲ ਵਾਲੇ ਇੱਥੇ ਆਏ ਹੋਏ ਹਨ। ਅਤੇ ਮੈਂ ਭੁੱਲ ਨਾ ਜਾਵਾਂ, ਮੈਂ ਸਭ ਤੋਂ ਪਹਿਲੇ ਆਪਣੇ ਸਰਦਾਰ ਜਗਤਾਰ ਸਿੰਘ ਠੇਠੀ ਅਤੇ ਸਰਦਾਰ ਗੁਰਮੀਤ ਸਿੰਘ ਹੰਜ਼ਾਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਟਾਈਮ ਦਿੱਤਾ ਅਤੇ ਮੈਂ ਆ ਕੇ ਤੁਹਾਡੇ ਦਰਸ਼ਨ ਕੀਤੇ ਆ। ਨਾਲੇ ਆਰਗਨ ਡੋਨੇਸ਼ਨ ਅੰਗਦਾਨ ਕੀ ਹੈ? ਇਹ ਅੰਗਦਾਨ ਹੈ ਕਿ ਜਿਸ ਵੇਲੇ ਇਨਸਾਨ ਦੁਨੀਆ ਤੋਂ ਚਲਾ ਜਾਂਦਾ, ਜਾਣ ਲੱਗਦਾ, ਮਸ਼ੀਨਾਂ 'ਤੇ ਲੱਗਾ ਹੁੰਦਾ, ਉਸ ਵੇਲੇ ਉਹ ਆਰਗਨ ਜਿਹੜੇ ਨੇ ਲੈ ਸਕਦੇ ਹਨ ਕਿਸੇ ਹੋਰ ਨੂੰ ਦੇਣ ਵਾਸਤੇ। ਇਹ ਗਿਫਟ ਆਫ ਲਾਈਫ। ਇਹਦੀ ਬਹੁਤ ਜ਼ਰੂਰਤ ਕਿਉਂ ਹੈ ਕਿ ਇਸ ਕੰਟਰੀ ਦੇ ਵਿੱਚ ਜਿਤਨੇ ਵੀ ਵਾਈਟ ਕਮਿਊਨਿਟੀਜ਼ ਵਾਲੇ ਆ ਨਾ, ਉਹਨਾਂ ਨੂੰ ਕੋਈ ਲੋੜ ਹੁੰਦੀ ਹੈ ਉਹਨਾਂ ਨੂੰ ਝੱਟ ਮਿਲ ਜਾਂਦੇ ਨੇ। ਜਿਹੜੇ ਸਾਡੇ ਏਸ਼ੀਅਨਸ ਨੇ ਉਹਨਾਂ ਨੂੰ 6-6 ਮਹੀਨੇ ਲੱਗ ਜਾਂਦੇ, ਆਰਗਨ ਨਹੀਂ ਮਿਲਦਾ ਅਤੇ ਕਈ ਵਾਰੀ ਉਹ ਵਿੱਚੋਂ ਪੂਰੇ ਹੋ ਜਾਂਦੇ ਨੇ। ਅਤੇ ਵੈਸੇ ਤਾਂ ਬਲੈਕ ਕਮਿਊਨਿਟੀਜ਼ ਵਾਸਤੇ ਸਾਲ ਤੱਕ ਲੱਗ ਜਾਂਦਾ। ਇਹ ਆਰਗਨ ਕੀ ਹੈਗਾ ਕਿ ਜਿਹੜਾ ਬੰਦਾ ਜਿਹੜੀ ਐਥਨੀਸਿਟੀਜ਼ ਹੈ, ਜਿਹੜੀ ਬੈਕਗਰਾਊਂਡ ਹੈ, ਉਹਦੇ ਬਲੱਡ ਗਰੁੱਪ ਦੇ ਨਾਲ ਮੈਚ ਕਰਦਾ ਹੀ ਆਰਗਨ ਜਿਹੜਾ ਟ੍ਰਾਂਸਪਲਾਂਟ ਹੋ ਸਕਦਾ। ਨਾ ਦੇਖਿਆ ਜਾਏ ਅੱਜ ਗੁਰੂ ਨਾਨਕ ਸਾਹਿਬ ਦਾ ਵੀ ਜੋਤੀ ਜੋਤ ਸਮਾਨ ਦਿਨ ਹੁਣੇ ਦੱਸਿਆ ਭਾਈ ਸਾਹਿਬ ਨੇ ਕਿ ਜਾਣਾ ਤਾਂ ਅਸੀਂ ਜਾਣਾ ਹੀ ਹੈ। ਸਾਨੂੰ ਤਾਂ ਗੁਰੂ ਸਾਹਿਬ ਹਰ ਵੇਲੇ ਕਹਿੰਦੇ ਨੇ ਜੋ ਆਇਆ ਸੋ ਚਲਸੀ, ਸਭ ਕੋ ਆਈ ਵਾਰੀ ਹੈ। ਅਤੇ ਜੇ ਜਾਣਾ ਬਾਕੀ ਕਿਸੇ ਨੇ ਨਹੀਂ ਪਤਾ ਕਿੱਥੇ ਜਾਣਾ, ਕਿਸ ਵੇਲੇ ਜਾਣਾ, ਕੀ ਹੋਣਾ। ਪਰ ਜਿਸ ਵੇਲੇ ਸਿੱਖੀ ਸਾਫ ਕਹਿੰਦੀ ਹੈ ਕਿ ਜਿਸ ਵੇਲੇ ਇਨਸਾਨ ਚਲਾ ਜਾਂਦਾ ਅਤੇ ਪਵਨ ਦੇ ਵਿੱਚ ਪਵਨ, ਜੋਤੀ ਦੇ ਵਿੱਚ ਜੋਤੀ ਅਤੇ ਮਾਟੀ ਦੇ ਮਾਟੀ, ਸਾਰਾ ਕੁਝ ਹੋ ਜਾਂਦਾ ਖਤਮ। ਇਹ ਸਰੀਰ ਖਤਮ ਹੋ ਗਿਆ, ਉਸ ਦੀ ਤਾਂ ਫਿਰ ਕੋਈ ਵੈਲਿਊ ਨਹੀਂ ਨਾ ਰਹਿ ਗਈ ਅਤੇ ਜਿਹੜੀ ਜੋਤ ਆ ਤੋਂ ਚਲੀ ਗਈ ਹੈ। ਅਤੇ ਇਸ ਕਰਕੇ ਉਸ ਵੇਲੇ ਸਿੱਖਾਂ ਨੂੰ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਾਡੀ ਦੇ ਵਿੱਚੋਂ ਕਿਹੜੇ ਅੰਗ ਜਿਹੜੇ ਕੱਢ ਕੇ ਕਿਸੇ ਹੋਰ ਨੂੰ ਦਿੱਤੇ ਜਾਣ, ਜਿਹੜੀ ਉਹਦੀ ਜ਼ਿੰਦਗੀ ਜਿਹੜੀ ਹੈ ਨਾ ਲਾਈਫ ਹੈ ਪ੍ਰਲੋਂਗ ਹੋ ਸਕੇ। ਪਰ ਸਾਨੂੰ ਤਾਂ ਸੇਵਾ ਹੀ ਦੱਸਿਆ ਹੋਇਆ। ਸਿੱਖੀ ਦਾ ਬੇਸਿਕ ਰੂਟ ਕੰਮ ਹੀ ਹੈ ਕਿ ਸੇਵਾ ਕਰਨੀ, ਅਤੇ ਇਸ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ ਕਿਸੇ ਨੂੰ ਆਪਣੀ ਜ਼ਿੰਦਗੀ ਦੇਣੀ। ਅਤੇ ਨਾ ਪਹਿਲੇ ਇੰਝ ਲੋ ਹੁੰਦਾ ਸੀ ਕਿ ਤੁਸੀਂ ਸਾਈਨ ਕਰਦੇ ਸੀ ਕਿ ਮੇਰੇ ਆਰਗਨਸ ਲੈ ਲੈਣ, ਜਦੋਂ ਮੈਂ ਖਤਮ ਹੋ ਜਾਵਾਂ, ਮੈਂ ਮਰ ਜਾਵਾਂ, ਉਸ ਤੋਂ ਪਹਿਲੇ ਮੇਰੇ ਆਰਗਨ ਤੁਸੀਂ ਲੈ ਸਕਦੇ ਹੋ। ਪਰ ਹੁਣ ਲੋਅ ਬਦਲ ਗਿਆ। ਹੁਣ ਸਾਡੇ ਸਾਰਿਆਂ ਦਾ ਗਵਰਨਮੈਂਟ ਨੂੰ ਹੱਕ ਹੈ ਕਿ ਆਰਗਨ ਲੈਣ ਦਾ। ਅਤੇ ਅਸੀਂ ਜਿਸ ਤਰ੍ਹਾਂ ਕਹਿੰਦੇ ਨਾ ਆਪਟ ਇਨ, ਅਸੀਂ ਸਾਰੇ ਇਨ ਨਾ, ਅਤੇ ਅਨਲੈਸ ਕੋਈ ਲਿਖੇ ਕਿ ਮੇਰੇ ਆਰਗਨ ਨਾ ਲਵੋ। ਪਰ ਅਸੀਂ ਆਪਣੇ ਧਰਮ ਵੱਲ ਦੇਖਣਾ। ਸਾਡਾ ਧਰਮ ਤਾਂ ਕਹਿੰਦਾ ਕਿ ਸਾਡੇ ਆਰਗਨ ਜਿਹੜੇ ਨੇ ਬਿਲਕੁਲ ਜੇ ਕਿਸੇ ਦੀ ਸੇਵਾ ਕਰ ਸਕਦੇ ਹੋ ਤਾਂ ਅਸੀਂ ਕਰਦੇ ਹਾਂ, ਕਿਉਂਕਿ ਜਿਹੜੀ ਸਰੀਰ ਹੈ ਉਹ ਤਾਂ ਖਤਮ ਹੋ ਗਿਆ, ਫਿਜ਼ੀਕਲ ਬਾਡੀ ਜਿਹੜੀ ਹੈ ਉਹ ਤਾਂ ਖਤਮ ਹੈ, ਉਹਦੀ ਤਾਂ ਕੋਈ ਲੋੜ ਨਹੀਂ ਹੈ। ਅਤੇ ਅਸੀਂ ਸੇਵਾ ਕਰ ਸਕਦੇ ਹਾਂ, ਦਾਨ ਦੇ ਸਕਦੇ ਹਾਂ। ਪਰ ਇਹ ਦਾਨ ਵੀ ਤਾਂ ਨਹੀਂ ਹੈ ਕਿਉਂਕਿ ਉਹ ਸਾਡੀ ਤਾਂ ਬਾਡੀ ਖਤਮ ਹੋ ਗਈ ਹੈ। ਅਤੇ ਵੈਸੇ ਤਾਂ ਜਿਹੜੇ ਸੇਵਾ ਕਰਦੇ ਨੇ ਇੰਨੀਆਂ ਮਿਹਨਤਾਂ ਕਰਦੇ ਨੇ, ਕਮਾਉਂਦੇ ਨੇ, ਪੈਸੇ ਖਰਚਦੇ ਨੇ, ਥਾਂ ਥਾਂ 'ਤੇ ਦਿੰਦੇ ਨੇ, ਅਤੇ ਇੱਕ ਬਾਡੀ ਜਿਸ ਵੇਲੇ ਖਤਮ ਹੋ ਗਈ ਉਸ ਵੇਲੇ ਤਾਂ ਉਹਦੇ ਵਿੱਚ ਕੁਛ ਹੈ ਹੀ ਨਹੀਂ ਹੈ ਜਿਹੜਾ ਉਹਨਾਂ ਨੇ ਆਪਣੇ ਵੱਲੋਂ ਦਾਨ ਦੇਣਾ। ਅਤੇ ਜੇ ਕਿਸੇ ਹੋਰ ਲੇਖੇ ਲੱਗ ਜਾਏ ਤਾਂ ਬੜੀ ਅੱਛੀ ਗੱਲ ਹੈ।
ਤੇ ਬਾਕੀ ਜਿਹੜਾ ਇਹ ਵੀ ਹੈਗਾ ਕਿ ਗਵਰਨਮੈਂਟ ਇਹ ਕਹਿੰਦੀ ਹੈ, ਭਾਵੇਂ ਲੋ ਉਹਨਾਂ ਨੇ ਬਣਾ ਦਿੱਤਾ ਕਿ ਉਹ ਸਾਰਿਆਂ ਦੇ ਔਰਗਨ ਲੈ ਸਕਦੇ ਹਨ, ਪਰ ਉਹ ਚਾਹੁੰਦੇ ਹਨ ਕਿ ਫੈਮਿਲੀ ਨਾਲ ਸਹਿਮਤ ਹੋਏ, ਫੈਮਿਲੀ ਨੂੰ ਪੂਰਾ ਪਤਾ ਹੋਏ। ਜਿਸ ਵੇਲੇ ਵੀ ਕਿਸੇ ਉਹਨਾਂ ਨੇ ਔਰਗਨ ਲੈਣਾ ਹੈ, ਕਿਉਂਕਿ ਜਿਹੜੇ ਹਸਪੀਟਲ ਆ ਉਹੀ ਹਸਪੀਟਲ ਵਿੱਚ ਹੈ, ਮਸ਼ੀਨਾਂ 'ਤੇ ਲੱਗੇ ਹੋਏ ਆ, ਅਤੇ ਜਿਹੜਾ ਦਿਮਾਗ ਹੈ ਨਾ ਉਹਦੇ ਸੈੱਲ ਖਤਮ ਹੋ ਗਿਆ, ਦਿਮਾਗ ਖਤਮ ਹੋ ਗਿਆ, ਉਸ ਵੇਲੇ ਮਸ਼ੀਨਾਂ ਉਤਾਰਦੇ ਆ। ਪਰ ਉਹ ਕਹਿੰਦੇ ਆ ਕਿ ਫੈਮਿਲੀ ਨੂੰ ਨਾਲ ਇਨਵੋਲਵ ਹੋਏ, ਫੈਮਿਲੀ ਦੀ ਮਰਜ਼ੀ ਪੂਰੀ ਹੋਏ, ਕਿਉਂਕਿ ਲਾਸਟ ਮਿੰਟ 'ਤੇ ਕਿਸੇ ਦੀ ਡੈਥ ਹੋਏ ਤਾਂ ਪਤਾ ਨਹੀਂ, ਟਰੋਮਾ ਬੜਾ ਹੁੰਦਾ, ਦੁੱਖ ਬੜਾ ਹੁੰਦਾ। ਸਾਨੂੰ ਭਾਵੇਂ ਗੁਰੂ ਸਾਹਿਬ ਨੇ ਬੜੀ ਵਾਰੀ ਕਿਹਾ, ਪਰ ਅਖੀਰ 'ਤੇ ਸਾਨੂੰ ਦੁੱਖ ਦਰਦ ਇੰਨਾ ਹੁੰਦਾ ਕਿ ਹੋਸ਼ ਨਹੀਂ ਹੁੰਦੀ ਹੈ, ਅਤੇ ਉਸ ਵੇਲੇ ਫੈਮਿਲੀ ਨੂੰ ਇਕੱਠਾ ਕਰਕੇ ਪੁੱਛਣਾ ਬੜਾ ਮੁਸ਼ਕਲ ਹੈ। ਇਸ ਕਰਕੇ ਗਵਰਨਮੈਂਟ ਨੇ ਕਿਹਾ ਕਿ ਤੁਸੀਂ ਫੈਮਿਲੀ ਤੋਂ ਬਗੈਰ, ਮਰਜ਼ੀ ਤੋਂ ਬਗੈਰ ਅਸੀਂ ਨਹੀਂ ਲਵਾਂਗੇ, ਪਰ ਤੁਸੀਂ ਫੈਮਿਲੀ ਦੇ ਨਾਲ ਗੱਲ ਕਰੋ। ਸਾਰੀ ਫੈਮਿਲੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਜਿਸ ਵੇਲੇ ਅਸੀਂ ਚੱਲੇ ਹਾਂ, ਡੈਥ ਹੋਣ ਲੱਗੀ ਹੈ, ਸਾਡੇ ਜਿਹੜੇ ਔਰਗਨ ਆ ਉਹ ਕਿਸੇ ਨੂੰ ਲੈ ਕੇ ਦੇ ਸਕਦੇ ਆ। ਤੇ ਉਹ ਕਹਿੰਦੇ ਆਪ ਸਾਰਿਆਂ ਨੂੰ ਸਮਝਾਓ, ਸਾਰਿਆਂ ਨੂੰ ਪਤਾ ਹੋਵੇ ਕਿ ਔਰਗਨਸ ਕਿਹੜੇ ਲੈਂਦੇ ਆ, ਲੰਗਸ ਹੈ, ਕਿਡਨੀ ਹੈ, ਹਾਰਟ ਹੈ, ਲੀਵਰ ਹੈ, ਇਸ ਤਰ੍ਹਾਂ। ਕਿਉਂਕਿ ਜਿਹੜੇ ਕਈ ਤਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੋਣਾ, ਜਿਉਂਦੇ ਵੀ ਕਿਡਨੀ ਦੇ ਸਕਦੇ ਆ, ਪਰ ਮੈਂ ਉਹ ਨਹੀਂ ਗੱਲ ਕਰ ਰਹੀ, ਮੈਂ ਉਹ ਗੱਲ ਕਰ ਰਹੀ ਹਾਂ ਜਿਸ ਵੇਲੇ ਬੰਦਾ ਖਤਮ ਹੋ ਜਾਂਦਾ, ਜਾਣ ਲੱਗਦਾ ਦੁਨੀਆ ਤੋਂ, ਉਸ ਵੇਲੇ। ਪਰ ਜਿਸ ਵੇਲੇ ਔਰਗਨ ਲੈ ਲੈਂਦੇ ਨੇ ਉਹ ਬੜੇ ਸਤਿਕਾਰ ਦੇ ਨਾਲ, ਉਸੇ ਤਰ੍ਹਾਂ ਸਰੀਰ ਪਤਾ ਨਹੀਂ ਲੱਗਦਾ, ਉਸੇ ਤਰ੍ਹਾਂ ਸਰੀਰ ਵਾਪਸ ਆਪਣੇ ਫੈਮਲੀਜ਼ ਨੂੰ ਦੇ ਦਿੰਦੇ ਨੇ, ਜਿਹੜੇ ਵੀ ਉਹਨਾਂ ਨੇ ਅੰਤਮ ਸੰਸਕਾਰ ਕਰਨੇ ਹੁੰਦੇ ਨੇ ਉਹ ਕਰ ਸਕਦੇ ਨੇ। ਮੈਂ ਪੰਜਾਬੀ 'ਚ ਇੱਥੇ ਕਰ ਰਹੀ ਹਾਂ, ਅਤੇ ਥੱਲੇ ਇਹ ਬੁੱਕਲੈਟ ਨਾ ਇੰਗਲਿਸ਼ ਵਿੱਚ ਹੈਗਾ, ਡੀਟੇਲ ਵਿੱਚ ਐਕਸਪਲੇਨ ਕੀਤਾ ਕਿ ਔਰਗਨ ਡੋਨੇਸ਼ਨ ਕੀ ਹੈ, ਅਤੇ ਗੁਰਬਾਣੀ ਵੀ ਕੀ ਕਹਿੰਦੀ ਹੈ, ਡਿਫਰੈਂਟ ਐਸਪੈਕਟਸ 'ਤੇ। ਅਤੇ ਉਹ ਪਲੀਜ਼ ਤੁਸੀਂ ਜ਼ਰੂਰ ਲੈ ਕੇ ਜਾਣਾ, ਥੱਲੇ ਟੇਬਲ 'ਤੇ ਪਈਆਂ ਨੇ, ਅਤੇ ਮੈਂ ਥੋੜ੍ਹੀਆਂ ਜਿਹੀਆਂ ਕਮੇਟੀ ਕੋਲ ਵੀ ਰੱਖ ਜਾਵਾਂਗੀ, ਅਤੇ ਉਹ ਵੀ ਤੁਹਾਨੂੰ ਲੋਏ ਤੇ ਸਿਰਫ ਆਪ ਵੀ ਸਮਝੋ ਅਤੇ ਦੂਸਰਿਆਂ ਨੂੰ ਵੀ ਸਮਝਾਓ। ਅਵੇਅਰਨੈਸ ਜਿਹੜੀ ਹੈ ਨਾ ਰੇਜ਼ ਕਰੋ, ਤਾਂ ਕਿ ਜਿਹੜੇ ਬੰਦੇ ਨੂੰ ਕੋਈ ਜ਼ਰੂਰਤ ਹੈ ਉਹਨਾਂ ਦੀ ਜ਼ਰੂਰਤ ਪੂਰੀ ਹੋ ਸਕੇ। ਅਤੇ ਅਖੀਰ 'ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਦਾ ਹਾਰਦਿਕ ਧੰਨਵਾਦੀ ਹਾਂ, ਉਹਨਾਂ ਨੇ ਜੋ ਔਰਗਨ ਡੋਨੇਸ਼ਨ ਬਾਰੇ ਦੱਸਿਆ ਹੈ। ਇਨਫੈਕਟ ਮੈਨੂੰ ਇੱਕ ਵਾਕਿਆ ਯਾਦ ਆ ਰਿਹਾ ਹੈ। ਸਾਡੇ ਇੱਕ ਲੜਕੇ ਨੇ ਥੋੜ੍ਹੀ ਦੇਰ ਪਹਿਲਾਂ ਉਹਦੀ ਡੈਥ ਹੋਈ ਕੋਵਿਡ ਦੇ ਵਿੱਚ ਹੀ। ਉਸਨੇ ਆਪਣੀਆਂ ਦੋਨੋਂ ਕਿਡਨੀਜ਼ ਕਿਸੇ ਨੂੰ ਦੇ ਦਿੱਤੀਆਂ, ਐਂਡ ਆਈ ਐਮ ਵੈਰੀ ਪਲੀਜ਼ ਟੂ ਸੇ ਕਿ ਦੈਟ ਜਿਸ ਬੰਦੇ ਨੂੰ ਮਿਲੀਆਂ ਉਹ ਬਹੁਤ ਖੁਸ਼ ਹੈਗਾ, ਔਰ ਉਸਦਾ ਪੂਰੀ ਲਾਈਫ ਮੁੜ ਕੇ ਨੋਰਮਲ ਹੋ ਗਈ ਹੈ, ਜਦੋਂ ਕਿ ਉਹਨੂੰ ਇਹ ਡਰ ਸੀ ਕਿ ਹੁਣ ਹੋ ਗਿਆ ਕਿ ਗਿਆ। ਸੋ ਕਿਸੇ ਨੂੰ ਲਾਈਫ ਦੇਣਾ ਇੱਕ ਬੜੀ ਚੰਗੀ ਗੱਲ ਹੈ। ਭੈਣ ਜੀ ਦਾ ਹਾਰਦਿਕ ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਜੀ ਬੜਾ ਸ਼ੁਕਰਗੁਜ਼ਾਰ ਹਾਂ ਮੈਂ ਅਕਾਲ ਚੈਨਲ ਵਾਲਿਆਂ ਦਾ, ਅਤੇ ਇੱਥੋਂ ਦੀ ਮੈਨੇਜਿੰਗ ਕਮੇਟੀ ਦਾ, ਅਤੇ ਲੋਰਡ ਐਂਡ ਲੇਡੀ ਸਿੰਘ ਦਾ, ਜਿਨ੍ਹਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ। ਅੱਜ ਇਹ ਬਹੁਤ ਹੀ ਬੜਾ ਸ਼ੁਭ ਕਾਜ਼ ਹੈ ਜਿਹਦੇ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਸਿੱਖਾਂ ਦੇ ਵਿੱਚ ਇਹ ਬੜੀ ਚੀਜ਼ ਹੈ ਕਿ ਸੇਵਾ ਬਹੁਤ ਵੱਡੀ ਗੱਲ ਹੈ। ਅਸੀਂ ਹਰ ਜਗ੍ਹਾ ਸੇਵਾ ਕਰਨ ਨੂੰ ਤਿਆਰ ਹਾਂ। ਕੋਈ ਵੀ ਕਿਤੇ ਕੋਈ ਮੁਸੀਬਤ ਦੁਨੀਆ 'ਚ ਆਉਂਦੀ ਹੈ ਤਾਂ ਸਿੱਖ ਸਭ ਤੋਂ ਮੂਹਰੇ ਹੁੰਦੇ ਆ ਸੇਵਾ ਕਰਨ ਵਿੱਚ, ਪਰ ਇਸ ਮਾਮਲੇ ਵਿੱਚ ਅਸੀਂ ਸਭ ਤੋਂ ਪਿੱਛੇ ਹਾਂ। ਜਿਹੜੀ ਇਹ ਡੋਨੇਸ਼ਨ ਦੇ ਵਿੱਚ ਸਿੱਖ ਧਰਮ ਦੇ ਵਿੱਚ ਅਜੇ ਬੜਾ ਪ੍ਰਚਾਰ ਨਹੀਂ ਹੋਇਆ। ਇਸ ਪ੍ਰਚਾਰ ਸਾਨੂੰ ਕਰਨਾ ਪੈਣਾ ਹੈ। ਇਸ ਦੀ ਅਵੇਅਰਨੈਸ ਲੋਕਾਂ ਨੂੰ ਦੇਣੀ ਪੈਣੀ ਹੈ ਕਿ ਜਦੋਂ ਬੰਦਾ ਚਲਾ ਜਾਂਦਾ ਹੈ ਉਸ ਦੇ ਡੋਨਰ ਦਾ ਕੋਈ ਫਾਇਦਾ ਨਹੀਂ, ਉਹ ਕਿਸੇ ਦੇ ਭਲੇ ਵਾਸਤੇ ਕੰਮ ਆ ਜਾਣ ਤਾਂ ਬਹੁਤ ਵੱਡੀ ਗੱਲ ਹੈ। ਤੁਹਾਨੂੰ ਮੈਂ ਗੱਲ ਦੱਸਾਂ, ਅੱਜ ਅਸੀਂ ਹੁਣੇ ਆਪਣੇ ਬੇਟੇ ਕੋਲ ਜਾ ਰਹੇ ਹਾਂ, ਅਤੇ ਉਹਨੂੰ ਮੈਂ ਦੱਸਿਆ ਕਿ ਥੋੜ੍ਹਾ ਲੇਟ ਹੋਵਾਂਗੇ, ਅਤੇ ਉਹ ਮੈਨੂੰ ਕਹਿੰਦਾ ਕੀ ਹੈ। ਮੈਂ ਕਿਹਾ ਗੁਰਦੁਆਰੇ ਵਿੱਚ ਪ੍ਰੋਗਰਾਮ ਹੈਗਾ ਡੋਨੇਸ਼ਨ ਦਾ, ਵਾਟ ਡੂ ਯੂ ਥਿੰਕ? ਹੀ ਸੈਡ ਯਾ ਯੂ ਕਾਂਟ ਟੇਕ them with you, if you can help somebody else with it, that's the biggest ਸੇਵਾ। ਸੋ ਐਡੀ ਵੱਡੀ ਸੇਵਾ ਜਿਹੜੀ ਹੈ ਇਹ ਹੋਰ ਕੋਈ ਸੇਵਾ ਨਹੀਂ। ਸਿੱਖਾਂ ਦੇ ਵਿੱਚ ਇਹ ਬਹੁਤ ਵੱਡੀ ਪ੍ਰਚਾਰ ਦੀ ਜ਼ਰੂਰਤ ਹੈ, ਅਵੇਅਰਨੈਸ ਦੀ ਜ਼ਰੂਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਨਾਮ ਅਜਮੇਰ ਗਰੇਵਾਲ ਹੈ, ਮੈਂ ਕਾਉਂਸਲਰ ਹਾਂ ਹਾਊਂਸਲੋ ਕਾਉਂਸਲ ਤੋਂ। ਇਟਸ ਅ ਵੈਰੀ ਪ੍ਰਾਊਡ ਮੂਮੈਂਟ ਕਿ ਅਸੀਂ ਇੱਥੇ ਆਏ ਅੱਜ ਔਰਗਨ ਡੋਨੇਸ਼ਨ ਬਾਰੇ ਜੋ ਗੱਲ ਕਰ ਰਹੇ ਹਾਂ। ਇਟ ਇਜ਼ ਵੈਰੀ ਇੰਪੋਰਟੈਂਟ। ਔਰਗਨ ਡੋਨੇਸ਼ਨ ਨੂੰ ਆਪਾਂ
ਸਮਝਦੇ ਨਹੀਂ ਗੇ ਕਿ ਕਿੰਨੀ ਜ਼ਰੂਰੀ ਚੀਜ਼ ਹੈ until ਆਪਾਂ ਨੂੰ ਜ਼ਰੂਰਤ ਪੈਂਦੀ ਹੈ ਕੋਈ ਆਪਣਾ ਰੱਬ ਨਾ ਕਰੇ ਕੋਈ ਆਪਣਾ ਜਦੋਂ ਬਿਮਾਰ ਹੁੰਦਾ ਹੈ ਉਹਨਾਂ ਨੂੰ organ ਡੋਨੇਸ਼ਨ ਦੀ ਜ਼ਰੂਰਤ ਹੈ ਫਿਰ ਆਪਾਂ ਭੱਜੇ ਫਿਰਦੇ ਹਾਂ ਕਿ ਸਾਨੂੰ ਜ਼ਰੂਰਤ ਹੈ ਐਂਡ ਪਰ ਆਪਣੀ ਜੋ ਦਾਨ ਕਰਨ ਵਾਲੇ ਆ organs ਦਾਨ ਕਰਨ ਵਾਲੇ ਆ ਉਹ ਬਹੁਤ ਕਮ ਆ ਲਿਸਟ even 5% ਵੀ ਹੈ ਨਹੀਂ 3.5% ਐਕਚੁਅਲੀ ਸੋ ਇਹਦੀ ਜਾਣਕਾਰੀ ਬਹੁਤ ਜ਼ਰੂਰੀ ਆ ਬਿਕਾਜ਼ ਕਿਸੇ ਦੀ ਜਾਨ ਬਚ ਸਕਦੀ ਹੈ ਕਿਸੇ ਦਾ ਬੇਟਾ ਕਿਸੇ ਦੀ ਬੇਟੀ ਕਿਸੇ ਦਾ ਪਤੀ ਕਿਸੇ ਦਾ ਭੈਣ ਭਰਾ ਸਭ ਦੀ ਬਿਕਾਜ਼ ਆਪਾਂ ਨਾਲ ਤਾਂ ਲਿਜਾਣੀ ਨਹੀਂ ਗਈ ਸੋ ਯੂ ਲਿਵ through somebody else organ donation ਬਾਰੇ ਪਲੀਜ਼ ਆਪਣੀ ਫੈਮਿਲੀ ਨਾਲ ਗੱਲ ਕਰੋ ਤਾਂ ਕਿ ਉੱਥੇ ਉਸ ਟਾਈਮ 'ਤੇ ਲੜਾਈਆਂ ਨਾ ਪੈਣ ਕਿ ਨਹੀਂ ਜੀ ਇੱਕ ਕਹਿੰਦਾ ਹੈ ਕਿ ਹਾਂਜੀ ਡੋਨੇਟ ਕਰਾਂਗੇ ਦੂਸਰਾ ਕਹਿੰਦਾ ਨਹੀਂ ਕਰਨਾ ਗਾ ਸੋ ਪਲੀਜ਼ ਟੋਕ ਟੂ ਯੂਰ ਫੈਮਿਲੀ ਅਬਾਊਟ ਇਟ ਇਹ ਬਹੁਤ ਜ਼ਰੂਰੀ ਚੀਜ਼ ਹੈ ਥੈਂਕ ਯੂ ਵੈਰੀ ਵੈਰੀ ਮੱਚ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੰਸਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੰਸਲੋ ਦੇ ਵਿੱਚ ਅੱਜ ਗੁਰੂ ਘਰ ਵੱਲੋਂ organ donation day ਮਨਾਇਆ ਜਾ ਰਿਹਾ ਹੈ ਅਤੇ ਅਸੀਂ ਇਹ ਸੰਗਤਾਂ ਦੀ ਅਵੇਅਰਨੈਸ ਵਾਸਤੇ ਇਹ ਬੇਨਤੀ ਕਰਦੇ ਹਾਂ ਕਿ ਇਹ ਇੱਕ ਬਹੁਤ ਹੀ ਜ਼ਰੂਰੀ ਪਾਰਟ ਆਫ ਲਾਈਫ ਹੈ ਜਿਹੜਾ ਕਿ ਅਸੀਂ ਮਿਸ ਕਰ ਰਹੇ ਹਾਂ ਕਿਉਂਕਿ ਜੋ ਕਿ ਸਾਡੇ ਕਾਊਂਟਰ ਪਾਰਟ ਜੋ ਹਨ ਜੋ ਇੱਥੋਂ ਦੇ ਵਸਨੀਕ ਹਨ ਗੋਰੇ ਲੋਕ ਉਹਨਾਂ ਦੇ ਵਿੱਚ ਕਿਸੇ ਦਾ organ ਮਿਲਣ ਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉਹ ਆਲਰੇਡੀ ਬਹੁਤ ਡੋਨੇਟ ਕਰਦੇ ਆ ਲੇਕਿਨ ਸਾਨੂੰ ਏਸ਼ੀਅਨਸ ਨੂੰ ਇਸ ਗੱਲ ਦੇ ਵਿੱਚ ਲੋੜ ਪੈਂਦੀ ਹੈ ਕਿਉਂਕਿ ਸਾਡੇ ਕੋਈ ਰਿਜ਼ਰਵ ਨਹੀਂ ਹੁੰਦੇ ਅਤੇ ਇਸ ਕਈ ਵਾਰੀ ਬੰਦਿਆਂ ਨੂੰ organ ਮਿਲਦੇ ਹਨ ਕਈ ਵਾਰੀ ਨਹੀਂ ਮਿਲਦੇ ਇਸ ਗੱਲ ਦੀ ਜ਼ਰੂਰਤ ਹੈ ਕਿ ਸਾਰੇ ਲੋਕ ਇਸ ਗੱਲ ਲਈ ਅਵੇਅਰ ਹੋਣ ਕਿ ਇੱਕ ਬਹੁਤ ਹੀ ਜ਼ਰੂਰੀ ਮਸਲਾ ਹੈ ਜਿਸ ਦਾ ਹੱਲ ਜ਼ਰੂਰੀ ਹੈ ਸੋ ਗੁਰੂ ਘਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚੇ ਲੋਕਾਂ ਨੂੰ ਆਪਣੇ ਆਪ ਇਹ ਰੀਅਲਾਈਜ਼ ਹੋਵੇ ਕਿ ਸਾਡੇ ਲੋਕਾਂ ਨੂੰ ਇਸ ਦੀ ਬਹੁਤ ਹੀ ਜ਼ਰੂਰਤ ਹੈ ਕਿਉਂਕਿ ਮੈਂ ਪਿੱਛੇ ਜਿਹੇ ਦੇਖਿਆ ਸੀ ਕਿ ਕਿਸੇ ਬੰਦੇ ਨੇ ਕੋਈ ਆਪਣਾ organ ਡੋਨੇਟ ਕੀਤੇ ਕੋਈ ਕਿਡਨੀਜ਼ ਡੋਨੇਟ ਕੀਤੀਆਂ ਉਹ ਤਾਂ ਵਿਚਾਰਾ ਚੱਲ ਗਿਆ ਅਤੇ ਲੇਕਿਨ ਉਸ ਦੇ ਬਾਅਦ ਜਿਸ ਨੂੰ ਕਿਡਨੀਜ਼ ਮਿਲੀਆਂ ਉਸ ਦੀ ਲਾਈਫ ਬੜੀ ਸੁੱਖਾਂ ਭਰਪੂਰ ਹੈ ਨੋਰਮਲ ਹੋ ਗਿਆ ਹੈ ਸੋ ਇਸ ਤਰ੍ਹਾਂ ਬਹੁਤ ਹੀ ਜ਼ਰੂਰਤ ਹੈ ਇਸ ਚੀਜ਼ ਦੀ ਮੈਂ ਸਾਰੀ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਦੇ ਰਾਹੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦਾ ਹਾਂ ਅਤੇ ਨਾਲ ਹੀ ਅਕਾਲ ਚੈਨਲ ਦਾ ਹਾਰਦਿਕ ਧੰਨਵਾਦੀ ਹਾਂ ਕਿ ਉਹਨਾਂ ਨੇ ਗੁਰੂ ਘਰ ਦੇ ਵਿੱਚ ਆ ਕੇ ਇਸ ਅਸਥਾਨ 'ਤੇ ਇਹ ਸਾਰਾ ਪ੍ਰੋਗਰਾਮ ਜੋ ਹੈ ਰਿਕਾਰਡ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Waheguru Ji Ka Khalsa, Waheguru Ji Ki Fateh. My name is Councillor Jasbir Kaur Anand and I'm from the London Borough of Ealing, representing the borough today. And also I'm a cabinet member in the London Borough of Ealing and my portfolio is Thriving Communities. I'd like to thank the Network Sikh organisation for actually arranging this event today to raise awareness within the community about donor organs. It is so important that in Asians, as Sikhs, we should be having conversation with our families, having that conversation in the community to promote donor organs. It is that important that the Asian community, Sikh community, and other communities which are from ethnic minorities actually have to suffer because there are no matches of donor organs within the community. So we Asian families are suffering and we wait longer for any donors to come forward. It has been very, very difficult over the years and we would like all of us to have that difficult conversation. What is it a wonderful way to actually donate life is by giving away your organs. It is a very difficult conversation within the community, but it is a conversation that we all need to have. I think over the years, we have just hidden away from the fact that this might not be in line with the Sikh community. But Guru Sahib have always said, giving somebody life is the best form of any kind of present you could give somebody. And today we have that opportunity to go and have that conversation with our families, our friends, our associations, our charities. And of course, in my case, I would like to have that conversation widely and openly with my local authority, speaking to young people in our schools about donor organs. It is the most important
issue that we should all be raising today. If we miss that conversation today, we will actually miss the whole situation of understanding why donor organs is so important. Please have that conversation in your families, your homes, your organizations that you represent, in the local authority. Let's press all those buttons to give people life. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਊਥਫੀਲਡ ਗੁਰਦੁਆਰਾ ਲੰਡਨ ਦੀ ਸੈਕਟਰੀ ਹਾਂ ਤੇ ਮੈਂ ਭੈਣ ਜੀ ਕਮਲ ਦੇ ਨਾਲ ਉਹਨਾਂ ਨੂੰ ਇਸ ਪ੍ਰੋਜੈਕਟ ਤੇ ਉਹਨਾਂ ਦੀ ਹੈਲਪ ਕਰਦੀ ਹਾਂ ਤੇ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਸਾਊਥਫੀਲਡ ਗੁਰਦੁਆਰਾ ਲੰਡਨ ਵੀ ਕੀਤਾ ਸੀ ਸਾਡੀ ਕਮਿਊਨਿਟੀ ਨੂੰ ਇਹ ਬਹੁਤ ਜ਼ਰੂਰਤ ਹੈ ਕਿ ਅਸੀਂ ਆਪਣੇ ਆਰਗਨਸ ਡੋਨੇਟ ਕਰੀਏ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਰੈਸਿਪੀਐਂਟਸ ਬਹੁਤ ਨੇ ਪਰ ਦੇਣ ਵਾਲੇ ਬਹੁਤ ਘੱਟ ਨੇ ਸਾਡੇ ਗੁਰੂਆਂ ਨੇ ਵੀ ਇਹੀ ਕਿਹਾ ਹੋਇਆ ਕਿ ਸੇਵਾ ਕਰੋ ਤੇ ਇਸ ਤੋਂ ਵੱਡੀ ਹੋਰ ਸੇਵਾ ਕੋਈ ਨਹੀਂ ਹੋ ਸਕਦੀ ਸੋ ਪਲੀਜ਼ ਮਿਹਰਬਾਨੀ ਕਰਕੇ ਤੁਸੀਂ ਆਪਣੇ ਆਰਗਨ ਡੋਨੇਟ ਕਰੋ ਤੇ ਇਹ ਸਭ ਤੋਂ ਵੱਡੀ ਸੇਵਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I think this organ donation project is extremely important. About 20 years ago, I found that the Asian community is has the biggest need for organs, much more than the white community. Yet to our shame, we are the poorest donors. Asians tend not to donate. And for Sikhs, this is something we should be really ashamed about. I've been writing and speaking about organ donation and the need for it since 2003, when I met up with Professor Gurcharan Randhawa, who is working in this field. And together we went to many places, to many gurdwaras and other places, to stress the importance of organ donations. And he very kindly invited me to be the keynote speaker at a national conference on organ donation. Now, again, I stress that this message should go out to all gurdwaras, that we as Sikhs must be net donors, not recipients. And there is a little worry that at the time of death, people are distressed and worried, and families may say, don't take the organs, leave them. But the best gift that a dying person can give is the gift of life to someone else. So I hope all gurdwaras, all Sikhs and all other communities from the Asian subcontinent will take this up. It is a very, very important project. Hello, I've been asked to say a few words because I've lived through this. I've had personal experience regarding organ donation. A few years ago, we were put in this awful situation where my sister, who'd never been ill in her life, suddenly passed away. And we were asked by the doctors if we wanted to donate the organs. We were in a situation which I wouldn't wish on anyone because, it was such an awful time. But the family remembered that we had spoken to her about organ donation, that she had always told us that she wanted to donate her organs. So her husband decided to say yes, and we donated all her organs. And the NHS were very sensitive about it. They handled the situation in a very sensitive manner with us. And after the organs were donated, afterwards we got letters from NHS every time a person was helped, and she had helped 4 persons after she had passed away, and that was quite comforting to know that 4 people had been helped. All I would say is it's important to have this conversation with your family members because she'd already told us that she wanted to donate her organs. We knew what she wanted. Otherwise, you're wondering, did she want that? Would she have wanted this or not? So it's definitely important to have this conversation with your family members. Thank you. Vaiguru Ji Ka Khalsa, Vaiguru Ji Ki Fateh. I've been asked to speak today about organ donation. 10 years ago, my husband was diagnosed with lung disease, autoimmune disorder, and which was only going to
decrease his lifespan by a lot. We were told 5 years. In that time, we were told he needed a lung transplant. He joined one waiting list. We did all the tests, had a test run, went in, and lung transplant didn't happen. He was removed from that list. A year or so later, we joined Papworth Hospital's waiting list. He was very poorly at this time, struggling to breathe, on oxygen, lots of drugs. Very close. We knew we didn't have long left. 2 years ago, he received the gift of life. He got a lung transplant, for which our whole family is really grateful. My youngest son was 13 at the time. He got to see his father for another year and a half. A family out there at their time of their worst time in their lives thought of others. That gave us a year and a half longer with my husband. So we all have to have this talk. We don't know whether we're going to be on as we were on the receiving side, but we should all be prepared to give as part of Seva. Thank you to the NHS. Thank you to the families. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੀਤ ਸਿੰਘ ਹੰਜਰਾ, मैं गुरुद्वारा साहब का जो है एक सेवादार हाँ और मैनू बड़ी खुशी है कि अज जो है नैटवर्क ऑफ सिख ऑर्गेनाइजेशन साहब बुकलेट हैगी है ये लॉर्ड इंद्रजीत सिंह ते भैन जी कमलजीत कौर उन्होंने बड़ी मेहनत करके ये ऑर्गन डोनेशनस जो है वो बारे अज संगत च भी गलबात की है तो आप सब नाल TV ते भी रूबरू होए हैं और मैं गुरुद्वारा साहब वालों खास तौर पर प्रबंध वालों खास तौर पर साडे प्रधान साहब जगतार सिंह दी थेथी ते साडे जनरल सकत्तर गुरमीत सिंह धनोआ ते बाकी सारे कमेटी मैंबरान वालों जो है नैटवर्क ऑफ सिख ऑर्गेनाइजेशनस लॉर्ड इंद्रजीत सिंह ते बीबी कमलजीत कौर जिन्होंने लेडी सिंह करके भी सारे जानते हैं उन्होंने बहुत बहुत धन्यवाद करना चाहुंदा हाँ कि उन्होंने बड़ी मेहनत करके बड़ा इनिशिएटिव लैके इस जो है मुहिम नूं संगतां दे विच लै गए हैं क्योंकि गुरमत दे विच सानू ये सिखाया जाता है अक्सर गल हुंदी है गुरमत दे विच मौत दी सबना मरना आया विछोड़ा ये अटल सच्चाई है कि मौत जो है हर एक जीव ते अवश्य आनी है और उसकी उम्र भी कोई नीयत नहीं है इस करके अपने घरां दे विच जो है ऑर्गन डोनेशन से गल होनी चाहिए है जिथे गौरमेंट ने कानून बना दिता है कि हुण कंपलसरी हो गया है ऑर्गन डोनेशन मगर गौरमेंट चाहती है कि हर फैमिली जो है वो इसलिए अवेयर होए फैमिलियां दे विच गल होए ते फैमिलियां अखीर समय जदों बंदा मशीन ते लग्या हुंदा है वो आखिरी समां ते हुंदा है तो उहदे बिहाव ते डिसीजन लै सकण कि हाँ साडे घर च गल हुई सी साडे प्यार वालियां ने साडे माता पिता ने साडे अंकल ने आंटी ने या साडे अज कई बारी नौजवान बच्चे चले जाते हैं एक्सीडेंट डेथां हुंदियां सो घर दे विच ये गल होनी चाहिए है ताकि जिहड़े ऑर्गनस न ਜਿਹੜੇ ਸਾਡੇ अंगदान जिन्होंने आप पंजाबी कहने हाँ वो कर सकीए और आप किसी ना किसी की जान बचा सकीए मैं आप जी परसनल एक्सपीरियंस तो दसना चाहता हाँ कि मेरी भतीजी जिहदी बेटी 13 साल की है जर्मनी च रहिंदी है उहदियां 2 किडनियां जा चुकियां हैं तो उन्होंने 2 किडनियां की जरूरत है साडी कम्यूनिटी दे विच इन्हां चीज़ां बारे अवेयरनेस घट है तो आपां गुरमत तो सीखीए अंगदान करके अपने किसी ना किसी भैन भरा की बच्चे की नौजवान की बजुर्ग की जे आप जान होर बचा सकते हाँ उन्होंने आप कोई दान दे सकते हाँ तो सब तो वड्डा दान होएगा सो इस करके आप सब नूं बेनती है गुरुद्वारा प्रबंध वालों भी आप सब नूं बेनती है और धार्मिक तौर पर भी सानू ये बार बार गुरमत दे विच दस्सिया जाता है कि असीं अपना आप गवाईए तां सो पाईए और कैसी तो तराईए अपने आप नूं गवा के भी जे सानू किसी नूं बचाउणा पए तो सानू चाहिदा है सो इस करके आपां नूं चाहिदा है कि आपां वध चढ़ के जिहड़ी ऑर्गन डोनेशनस है ਇਹਦੇ ਵਿੱਚ हर गुरुद्वारे ਦੇ ਵਿੱਚ ਗੱਲ ਹੋਏ हर घर ਦੇ ਵਿੱਚ ਗੱਲ ਹੋਏ ਕਿ ਅਸੀਂ ਜੋ ਹੈ ਘਰ ਘਰ ਦੇ ਵਿੱਚ ਸੁਨੇਹਾ ਪਹੁੰਚਾਈਏ ਕਿ ਅਸੀਂ ਜਿਹੜੀ ਹੈ ਅੱਗ ਦੇ ਵਿੱਚ ਤੇ ਸਾੜ ਦੇਣੇ ਨੇ ਅੰਗ ਜੇ ਅੱਗ ਦੇ ਵਿੱਚ ਸੜੇ ਹੋਏ ਵਾਪਸ ਆ ਸਕਦੇ ਹਨ ਤਾਂ ਫਿਰ ਕਿਸੇ ਨੂੰ ਦਿੱਤੇ ਹੋਏ ਜ਼ਰੂਰ ਮਿਲ ਸਕਦੇ ਹਨ ਗੁਰਮਤ ਦੇ ਵਿੱਚ ਕੋਈ ਵਹਿਮ ਭਰਮ ਨਹੀਂ ਹੈ ਅਸੀਂ ਕੋਈ ਸਨਾਤਨੀ ਧਰਮ ਵਾਲੇ ਨਹੀਂ ਹਾਂ ਸੋ ਇਸ ਕਰਕੇ ਗੁਰਮਤ ਦੇ ਸਿਧਾਂਤ ਨੂੰ ਜਾਣਨ ਵਾਲੇ ਹਾਂ ਸੋ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਆਪਾਂ ਇਸ ਦੇ ਵਿੱਚ ਯੋਗਦਾਨ ਪਾਈਏ ਤੇ ਵੱਧ ਤੋਂ ਵੱਧ ਅੰਗਦਾਨ ਦੇ ਕੇ ਆਪਣੀ ਜਿਹੜੇ ਹੈ ਭੈਣ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਹੋਰ ਜੇ ਬੁਲੰਦੀਆਂ ਤੇ ਲੈ ਕੇ ਜਾਈਏ ਇਸ ਦੇ ਨਾਲ ਹੀ ਅਕਾਲ ਚੈਨਲ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਖੁੱਲ੍ਹਾ ਟਾਈਮ ਦੇ ਕੇ ਇਹ ਸਾਰੇ ਪ੍ਰੋਗਰਾਮ ਨੂੰ ਰਿਕਾਰਡ ਕੀਤਾ ਹੈ ਔਰ ਆਪ ਤੱਕ ਪਹੁੰਚਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।